CKSP 600 AM शेरे पंजाब रेडियो सुन रहे हो तुसी और मैं हाँ समीर कौशल। गलबात करांगे BC ह्यूमन राइट्स ट्रिब्यूनल दे वल्लों जिहड़ा एक फैसला लिया गया और बड़ा ही महत्वपूर्ण फैसला है। इस निगाह दे नाल भी ये महत्वपूर्ण बन जाता क्योंकि जिस मुल्क दे विच असीं आए हाँ ਇੱਥੇ ਆਉਣ ਦੇ ਬਹੁਤ ਸਾਰੇ ਰੀਜ਼ਨ ਨੇ। ਕਿਸੇ ਦਾ ਹੋ ਸਕਦਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਆ ਉਹ ਰੀਜ਼ਨ ਹੋਵੇ, ਕਿਸੇ ਦਾ ਹੋ ਸਕਦਾ ਕਿ ਹਵਾ ਪਾਣੀ ਦਾ ਹੋਵੇ, ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਜੇਕਰ ਅਸੀਂ ਗੱਲ ਕਰੀਏ ਭਾਰਤ ਦੀ ਖਾਸ ਤੌਰ ਦੇ ਉੱਤੇ ਤਾਂ ਉੱਥੋਂ ਇਸ ਕਰਕੇ ਆਏ ਨੇ ਕਿਉਂਕਿ ਉੱਥੇ ਜਾਤੀਵਾਦ ਦੇ ਨਾਂ ਦੇ ਉੱਤੇ ਬਹੁਤ ਭੇਦਭਾਵ ਜਿਹੜਾ ਉਹ ਅਜੇ ਵੀ ਚੱਲ ਰਿਹਾ। ਹਾਲਾਂਕਿ ਬਹੁਤ ਸਾਰੇ ਰਿਫਾਰਮਸ ਦੀ ਗੱਲ ਕੀਤੀ ਜਾਂਦੀ ਹੈ, ਸੰਵਿਧਾਨ ਦਾ ਆਧਾਰ ਜਿਹੜਾ ਉਹ ਬਣਾ ਕੇ ਗੱਲਾਂ ਕਹੀਆਂ ਜਾਂਦੀਆਂ ਕਿ ਬਰਾਬਰਤਾ ਜਿਹੜੀ ਹੈ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਰਿਜ਼ਰਵੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਹੋਰ ਜਿਹੜੇ ਐਸੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਸ਼ਹਿਰਾਂ ਦੇ ਵਿੱਚ ਵੀ ਜਿੱਥੇ ਬਹੁਤ ਗਰੀਬੀ ਹੈ ਔਰ ਉੱਥੇ ਉਹਨਾਂ ਦੇ ਨਾਲ ਨਾ ਕੇਵਲ ਇਸ ਕਰਕੇ ਕਿ ਉਹਨਾਂ ਦੇ ਕੋਲ ਉਹਨਾਂ ਦੀ ਆਰਥਿਕ ਸਥਿਤੀ ਸਹੀ ਨਹੀਂ ਹੈ, ਬਲਕਿ ਇਸ ਕਰਕੇ ਵੀ ਕਿਉਂਕਿ ਉਹਨਾਂ ਨੂੰ ਕਾਸਟ ਦੇ ਆਧਾਰ ਦੇ ਉੱਤੇ, ਜਾਤੀ ਦੇ ਆਧਾਰ ਦੇ ਉੱਤੇ ਬਹੁਤ ਕੁਝ ਸਹਿਣਾ ਪੈਂਦਾ, ਬਹੁਤ ਕੁਝ ਸੁਣਨਾ ਪੈਂਦਾ। ਲੇਕਿਨ ਜੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਅਜਿਹਾ ਹੋਵੇ ਤਾਂ ਫਿਰ ਵਾਕਈ ਸਾਨੂੰ ਸੋਚਣ ਨੂੰ ਵੀ ਮਜਬੂਰ ਹੋਣਾ ਪੈਂਦਾ ਔਰ ਸ਼ਰਮ ਨਾਲ ਵੀ ਸਿਰ ਝੁਕ ਜਾਂਦਾ। ਲੇਕਿਨ ਇਹ ਕੋਈ ਨਵੀਂ ਗੱਲ ਨਹੀਂ ਕਿਉਂਕਿ ਇੱਥੇ ਵੀ ਇਸ ਤਰੀਕੇ ਦੀ ਜਿਹੜੀਆਂ ਖਬਰਾਂ ਨੇ, ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਦਬੀ ਆਵਾਜ਼ ਦੇ ਵਿੱਚ ਜਾਂ ਬੰਦ ਕਮਰਿਆਂ ਦੇ ਪਿੱਛੇ ਅਕਸਰ ਸੁਣਨ ਨੂੰ ਮਿਲ ਜਾਂਦੀ ਹੈ। ਲੇਕਿਨ ਹੌਲੀ ਹੌਲੀ ਬਹੁਤ ਸਾਰੇ ਐਸੇ ਵਿਸਲ ਬਲੋਅਰਸ ਨੇ ਜਿਹੜੇ ਇਸ ਤਰੀਕੇ ਦੀਆਂ ਗੱਲਾਂ ਨੂੰ ਬਾਹਰ ਲਿਆ ਰਹੇ ਨੇ, ਬਹੁਤ ਸਾਰੇ ਐਕਟਿਵਿਸਟ ਐਸੇ ਨੇ ਜਿਹੜੇ ਇਹ ਗੱਲਾਂ ਨੂੰ ਬਾਹਰ ਲਿਆ ਰਹੇ ਨੇ ਕਿ ਕੈਨੇਡਾ ਦੇ ਵਿੱਚ ਵੀ ਹਾਲਾਤ ਇਹੀ ਨੇ। ਆਪਾਂ ਸਿਐਟਲ ਦਾ ਜ਼ਿਕਰ ਕੀਤਾ ਸੀ ਕਿ ਮਿਸ ਸ਼ਮਾ ਜਿਹੜੇ ਨੇ ਉਹਨਾਂ ਦੇ ਵੱਲੋਂ ਉੱਥੇ ਇੱਕ ਜਿਹੜਾ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਇੱਕ ਜਿਹੜਾ ਪਿੱਛੇ ਜੇ ਮਤਾ ਵੀ ਪਵਾਇਆ ਗਿਆ, ਪਾਸ ਕਰਾਇਆ ਗਿਆ, ਉਹ ਇੱਕ ਬੜੀ ਵੱਡੀ ਜਿੱਤ ਜਿਹੜੀ ਹੈ ਉਹ ਸਮਝੀ ਜਾ ਰਹੀ ਸੀ। ਲੇਕਿਨ ਹੁਣ BC ਦੇ ਹਿਊਮਨ ਰਾਈਟਸ ਟ੍ਰਿਬਿਊਨਲ ਵੱਲੋਂ ਇੱਕ ਕੇਸ ਜਿਸ ਦੇ ਵਿੱਚ ਟੈਕਸੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਜਿਹੜੇ ਇੱਕ ਡਾਇਰੈਕਟਰ ਨੇ ਉਹਨਾਂ ਨੂੰ ਦੋ ਲੋਕਾਂ ਦੇ ਵੱਲੋਂ ਕਥਿਤ ਤੌਰ 'ਤੇ ਕਿ ਕਾਸਟ ਬੇਸਡ ਡਿਸਕ੍ਰਿਮੀਨੇਟ ਕੀਤਾ ਗਿਆ, ਜਿਸ ਤੋਂ ਬਾਅਦ BC ਹਿਊਮਨ ਰਾਈਟਸ ਟ੍ਰਿਬਿਊਨਲ ਦੇ ਵੱਲੋਂ $9,000 ਤੋਂ ਵੱਧ ਦੀ ਧਨਰਾਸ਼ੀ ਜਿਹੜੀ ਹੈ ਉਹ ਅਵਾਰਡ ਕੀਤੀ ਗਈ ਔਰ ਇਹਨਾਂ ਨੂੰ ਜਾਣ-ਬੁੱਝ ਕੇ ਇਹਨਾਂ ਦੀ ਜ਼ਾਤ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਮਾੜਾ ਬੋਲਿਆ ਗਿਆ। ਔਰ ਇਹ ਪੂਰਾ ਜਿਹੜਾ ਮਾਮਲਾ ਇਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ, ਪਰ ਮੇਰੇ ਨਾਲ ਇਸ ਪੂਰੇ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਜੈ ਬਿਰਦੀ ਸਾਹਿਬ ਜਿਹੜੇ ਨੇ ਉਹ ਮੇਰੇ ਨਾਲ ਨੇ। ਔਰ ਜੈ ਬਿਰਦੀ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਹੀ ਭਾਰਤ ਦੇ ਵਿੱਚ ਵੀ ਔਰ ਇੱਥੇ ਵੀ, ਔਰ ਇਹਨਾਂ ਦੇ ਨਾਲ ਬਹੁਤ ਸਾਰੀ ਇਹਨਾਂ ਦੀ ਟੀਮ ਹੈ ਜਿਹੜੀ ਇਸੇ ਤਰੀਕੇ ਦੇ ਨਾਲ ਜਿਹੜੀਆਂ ਇਹ ਵਧੀਕੀਆਂ ਹੋ ਰਹੀਆਂ ਖਾਸ ਤੌਰ 'ਤੇ ਸਾਡੇ ਉਸ ਭਾਈਚਾਰੇ ਨਾਲ ਜਿਹੜਾ ਭਾਰਤ ਦੇ ਵਿੱਚ ਇਹ ਜਿਹੜੇ ਮੰਨਦੇ ਨੇ ਕਿ ਉਹਨਾਂ ਨੂੰ ਜ਼ਾਤ ਦੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਜਾਂ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਕਿ ਕਈ ਜਗ੍ਹਾ ਦੇ ਉੱਤੇ ਅਨਟੱਚੇਬਲ ਤੱਕ ਦੀ ਜਿਹੜੀ ਹੈ ਗੱਲ ਹੈ ਉਹ ਕਰ ਦਿੱਤੀ ਜਾਂਦੀ ਹੈ, ਕਿ ਛੂਆ-ਛੂਤ ਦੀ ਜਿਹੜੀ ਗੱਲ ਹੈ ਉਹ ਵੀ ਕਰ ਦਿੱਤੀ ਜਾਂਦੀ ਹੈ। ਲੇਕਿਨ ਇਸ ਸਮਾਜ ਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਵੀ ਜੇਕਰ ਇਹ ਹੋ ਰਿਹਾ, ਹੋਇਆ ਕੀ ਸੀ ਕਿ ਇੱਥੇ ਮਨੋਜ ਭੰਗੂ ਨਾਂ ਦੇ ਜਿਹੜੇ ਇੱਕ ਵਿਅਕਤੀ ਨੇ ਜਿਹੜੇ ਇੱਕ ਜਿਹੜੀ ਟੈਕਸੀ ਕੰਪਨੀ ਹੈ ਉਸ ਦੇ ਵਿੱਚ ਇਹ ਬੋਰਡ ਡਾਇਰੈਕਟਰ ਨੇ ਔਰ ਖੁਦ ਡਰਾਈਵਰ ਵੀ ਨੇ ਭੰਗੂ। ਇਹਨਾਂ ਦੇ ਉੱਤੇ ਦੋ ਵਿਅਕਤੀਆਂ ਦੇ ਵੱਲੋਂ ਜਿਨ੍ਹਾਂ ਦੇ ਨਾਮ ਵੀ ਇੱਕ ਆਰਟੀਕਲ ਦੇ ਵਿੱਚ ਦਿੱਤੇ ਗਏ ਆ, ਇੰਦਰਜੀਤ ਤੇ ਅਵਿੰਦਰ ਢਿੱਲੋਂ, ਇਹਨਾਂ ਦੇ ਵੱਲੋਂ ਇਹਨਾਂ ਨੂੰ ਇਹਨਾਂ ਦੀ ਜਾਤੀ ਦੇ ਆਧਾਰ ਦੇ ਉੱਤੇ ਬੁਰਾ ਕਿਹਾ ਗਿਆ ਔਰ ਨਾਲ ਦੇ ਨਾਲ ਹੀ ਡੈਰੋਗੇਟਰੀ ਸ਼ਬਦ ਜਿਹੜੇ ਉਹ ਯੂਜ਼ ਕੀਤੇ ਗਏ ਪੰਜਾਬੀ ਭਾਸ਼ਾ ਦੇ ਵਿੱਚ। ਔਰ ਇਸ ਤੋਂ ਬਾਅਦ BC ਹਿਊਮਨ ਰਾਈਟਸ ਟ੍ਰਿਬਿਊਨਲ ਦੇ ਜਿਹੜੇ ਟ੍ਰਿਬਿਊਨਲ ਐਡਜੂਕੇਟਰ ਨੇ ਸੋਨੀਆ ਪਿਘਿਨ, ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਦੋਹਾਂ ਨੂੰ ਜਿਹੜੇ ਇੰਦਰਜੀਤ ਢਿੱਲੋਂ ਤੇ ਅਵਿੰਦਰ ਢਿੱਲੋਂ ਇਹਨਾਂ ਦੇ ਵੱਲੋਂ $9,000 $6,000 ਜਿਹੜਾ ਉਹ ਪਲੱਸ $3755.81 ਕਾਸਟ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਆਈ ਹੈ ਉਹ ਪੇ ਕਰਨ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਹੈ। ਕਾਸਟ ਸਿਸਟਮ ਕਿੰਨਾ ਕੁ ਜ਼ਿਆਦਾ ਗੰਭੀਰ ਹੋ ਚੁੱਕਾ ਹੈ ਸਾਡੀ ਇੱਥੇ BC ਦੇ ਵਿੱਚ ਜਾਂ ਕੈਨੇਡਾ ਦੇ ਵਿੱਚ। ਜੈ ਬਿਰਦੀ ਸਾਹਿਬ ਮੇਰੇ ਨਾਲ ਨੇ। ਬਿਰਦੀ ਸਾਹਿਬ, ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਸਮਾਂ ਸਾਨੂੰ ਦਿੱਤਾ ਔਰ ਸਾਡੇ ਨਾਲ ਸ਼ਾਮਿਲ ਹੋਏ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸੁਨੀਲ ਜੀ, ਤੁਹਾਨੂੰ ਵੀ ਧੰਨਵਾਦ ਕਿ ਤੁਸੀਂ ਇਹ ਵਿਸ਼ੇ ਨੂੰ ਲੈ ਕੇ ਸਾਹਮਣੇ ਆਏ ਹੋ। ਬਿਰਦੀ ਸਾਹਿਬ, ਮੇਰੇ ਅੱਜ ਪ੍ਰੋਗਰਾਮ ਦਾ ਪਹਿਲਾ ਵਿਸ਼ਾ ਹੀ ਇਹ ਹੈ ਔਰ ਇਸ ਕਰਕੇ ਹੈ ਕਿਉਂਕਿ ਜਿਸ ਸੁਸਾਇਟੀ 'ਚ ਅਸੀਂ ਰਹਿ ਰਹੇ ਹਾਂ ਅਸੀਂ ਇਹ ਸੋਚ ਕੇ ਨਹੀਂ ਸੀ ਆਏ ਕਿ ਇੱਥੇ ਵੀ ਇਸ ਆਧਾਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਜਿਹੜੇ ਕਈ ਵਾਰ ਕਿਹਾ ਜਾਂਦਾ ਕਿ ਜਿਹੜਾ ਸਿਆਹ ਰੰਗ ਦਾ ਭਾਈਚਾਰਾ ਹੈ, ਬਲੈਕ ਕਮਿਊਨਿਟੀ ਹੈ, ਉਹਨਾਂ ਨੂੰ ਐਨ ਸ਼ਬਦ ਜਿਹੜਾ ਬੜਾ ਹੀ ਇਤਰਾਜ਼ਯੋਗ ਸ਼ਬਦ ਹੈ ਉਹ ਯੂਜ਼ ਕਰਕੇ ਛੇੜਿਆ ਜਾਂਦਾ ਹੈ, ਉਹਨਾਂ ਨੂੰ ਇੱਕ ਕਿਸਮ ਦੇ ਨਾਲ ਸਿੰਗਲ ਆਊਟ ਕੀਤਾ ਜਾਂਦਾ। ਇਸੇ ਤਰੀਕੇ ਨਾਲ ਜਿਹੜੇ ਜਦੋਂ ਕਾਸਟ ਡਿਸਕ੍ਰਿਮੀਨੇਸ਼ਨ ਦੀ ਗੱਲ ਆਉਂਦੀ ਹੈ ਤਾਂ ਅਜੇ ਵੀ ਕੈਨੇਡਾ ਦੇ ਵਿੱਚ ਕੀ ਜਿਹੜੇ ਕੁਝ ਅਜਿਹੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹ ਅਜੇ ਵੀ ਨਿਸ਼ਾਨੇ 'ਤੇ ਨੇ।
ਹਾਂ ਸੁਨੀਲ ਜੀ, ਤੁਸੀਂ ਬੜਾ ਵਧੀਆ ਸਵਾਲ ਉਠਾਇਆ ਹੈਗਾ ਤੇ ਬੜੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਘਟਨਾਵਾਂ ਹਾਲੇ ਵੀ ਹੈ, ਪਹਿਲਾਂ ਵੀ ਹੁੰਦੀਆਂ ਸੀਗੀਆਂ, ਪਰ ਪਹਿਲਾਂ ਜਿੱਦਾਂ ਨਾ ਕਿ ਐਗਜ਼ਾਮਪਲ ਦੇ ਤੌਰ 'ਤੇ ਆਪਾਂ 70 ਦੀ ਗੱਲ ਕਰ ਲਈਏ, 60 ਦੇ ਵਿੱਚ ਕਰਦੇ ਜਦੋਂ ਇੱਥੇ ਯੂਥ ਦੀ ਵੇਵ ਆਈ ਹੈ, ਉਦੋਂ ਹੁੰਦੀਆਂ ਸੀ ਪਰ ਉਹ ਘੱਟ ਹੁੰਦੀਆਂ ਸੀਗੀਆਂ। ਉਦੋਂ ਲੋਕਾਂ ਦੇ ਵਿੱਚ ਆਦਮੀ ਜ਼ਿਆਦਾ ਸੀ, ਹੋ ਸਕਦਾ ਕਿ ਨੰਬਰ ਅਸੀਂ ਜੋ ਕੁਝ ਦੇਖ ਰਹੇ ਹੈਗੇ ਕਿ ਪਿਛਲੇ ਤਕਰੀਬਨ 15 ਸਾਲਾਂ ਤੋਂ 20 ਸਾਲਾਂ ਤੋਂ ਇਹ ਜਿਹੜੀਆਂ ਇੰਸੀਡੈਂਟਸ ਹੈਗੀਆਂ ਇਹ ਕਾਫੀ ਲੈਵਲ ਤੇ ਵੱਧ ਕੇ ਆ ਰਹੀਆਂ। ਇੱਦਾਂ ਨਹੀਂ ਕਹਿ ਸਕਦੇ ਕਿ ਸਿਰਫ ਇੱਕ ਹੀ ਫੀਲਡ ਦੇ ਵਿੱਚ ਜਾਂ ਸੋਸ਼ਲ ਸੈਟਿੰਗ ਦੇ ਵਿੱਚ ਹੀ ਆ ਰਹੀਆਂ, ਇਹ ਵੱਖਰੇ ਵੱਖਰੇ ਥਾਵਾਂ ਤੇ ਆ ਰਹੀਆਂ, ਸਕੂਲਾਂ ਦੇ ਵਿੱਚ ਆ ਰਹੀਆਂ, ਜਿਸ ਤਰ੍ਹਾਂ ਆਪਾਂ ਦੇਖਿਆ ਹੀ ਹੈ, ਸਕੂਲਾਂ ਤੇ ਕੰਮਾਂ ਦੇ ਆਧਾਰ ਤੇ ਆ ਰਹੀਆਂ, ਪਾਰਟੀਆਂ ਤੇ ਆ ਰਹੀਆਂ। ਤੇ ਇੱਕ ਬੜੀ ਦੁੱਖ ਵਾਲੀ ਗੱਲ ਹੈ ਕਿ ਜਾਂ ਜ਼ਿਆਦਾ ਸੀਰੀਅਸ ਗੱਲ ਹੈ ਕਿ ਇਹੋ ਜਿਹੀਆਂ ਕੰਪਨੀਆਂ, ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਟੈਕਸੀ ਕੰਪਨੀਆਂ ਹੈਗੀਆਂ, ਜਿੱਥੇ ਕਿ ਇੱਕ ਐਮਪਲੋਇਰ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈਗੀ ਇੱਕ ਹਰਾਸਮੈਂਟ ਫ੍ਰੀ ਐਨਵਾਇਰਨਮੈਂਟ ਕ੍ਰੀਏਟ ਕਰਨ ਲਈ। ਇੱਥੇ ਲੋਕਲ ਟੈਕਸੀ ਕੰਪਨੀ ਦੇ ਇਹ ਸੈਕੰਡ ਇੰਸੀਡੈਂਟ ਹੈ। ਇਹ ਇੱਕ ਪਹਿਲਾਂ ਇੰਸੀਡੈਂਟ ਹੋਈ ਸੀਗੀ, ਉਸ ਵੇਲੇ ਵੀ ਟੈਕਸੀ ਕੰਪਨੀ ਦਾ ਇੱਕ ਬੋਰਡ ਆਫ ਡਾਇਰੈਕਟਰ ਸੀਗਾ ਤੇ ਉਸਨੇ ਕੁਝ ਡਿਸੀਜਨ ਲੈਣਾ ਸੀਗਾ ਤੇ ਉਹਦੇ ਦੂਜੇ ਡਾਇਰੈਕਟਰ ਨੇ ਉਹਨੂੰ ਜਦੋਂ ਨਾ ਕਿ ਵੀ ਧੱਕਾ ਮਾਰ ਕੇ ਗਾਲਾਂ ਵੀ ਕੱਢੀਆਂ ਤੇ ਉਹਨੂੰ ਧੱਕਾ ਮਾਰ ਕੇ ਸਿੱਟਿਆ ਵੀ। ਤੇ ਉਹ ਉਸ ਵੇਲੇ ਗੱਲ ਮੀਡੀਆ ਦੇ ਵਿੱਚ ਵੀ ਆਈ ਤੇ ਉਹਦਾ ਰੈਜ਼ੋਲੂਸ਼ਨ ਏਦਾਂ ਹੋਇਆ ਸੀ ਕਿ ਉਹ ਜਿਸ ਬੰਦੇ ਨੇ ਗੱਲ ਕੀਤੀ ਸੀ ਉਹਨੇ ਲਿਖ ਕੇ ਮਾਫੀ ਮੰਗ ਲਈ ਤੇ ਉੱਥੇ ਗੱਲ ਜੋ ਹੈ ਨਾ ਕਿ ਵੀ ਰੁਕ ਗਈ। ਇਹ ਗੱਲ ਜਿਹੜੀ ਹੈਗੀ ਆ ਇਹ ਮਿਸਟਰ ਭੰਗੂ ਉਹਨਾਂ ਨੂੰ ਅਸੀਂ ਕਮੈਂਡ ਕਰਦੇ ਹਾਂ ਕਿ ਉਹਨਾਂ ਨੇ ਇਹ ਪ੍ਰੋਸੀਡ ਕੀਤਾ, ਕੋਰਟ ਦੇ ਵਿੱਚ ਟ੍ਰਾਈਬਿਊਨਲ ਦੇ ਵਿੱਚ ਲੈ ਕੇ ਗਏ ਤਾਂ ਕਿ ਜਿਹੜੇ ਲੋਕ ਕਹਿ ਦਿੰਦੇ ਹੈਗੇ ਕਿ ਇਹੋ ਜਿਹੀ ਸਮੱਸਿਆਵਾਂ ਇੱਥੇ ਨਹੀਂ ਹੈ, ਉਹ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਹਾਂ ਇਹ ਹੈ। ਕਿਉਂਕਿ ਜੇਕਰ ਹਰ 100 ਘਟਨਾ ਦੇ ਵਿੱਚ ਮੇਰੇ ਖਿਆਲ ਇੱਕ ਜਾਂ ਦੋ ਹੀ ਬੰਦੇ ਹੈਗੇ ਪਹਿਲੀ ਗੱਲ ਜਿਹੜੇ ਕੰਪਲੇਨ ਕਰਦੇ ਆ, ਤੇ ਮੇਰੇ ਖਿਆਲ ਉਹਦੇ ਵਿੱਚੋਂ ਜਿੱਦਾਂ ਨਾ ਕਿ ਵੀ 300-400 ਦੇ ਘਟਨਾਵਾਂ ਦੇ ਵਿੱਚੋਂ ਇੱਕ ਅੱਧਾ ਬੰਦਾ ਹੋਏਗਾ ਕਿ ਜਿਹੜਾ ਫਾਰਮਲ ਕੰਪਲੇਨ ਕਰੇਗਾ। ਮੇਰੇ ਕਹਿਣ ਦਾ ਮਤਲਬ ਵੀ ਇਹ ਜਿਹੜਾ ਕੇਸ ਪਹਿਲੀ ਗੱਲ ਉਹਨੇ ਜਿਹੜਾ ਫਾਈਲ ਕੀਤਾ ਹੈਗਾ, ਜੋ ਟ੍ਰਾਈਬਿਊਨਲ ਦਾ ਡਿਸੀਜਨ ਆਇਆ, ਅਸੀਂ ਮਿਸਟਰ ਭੰਗੂ ਨੂੰ ਵੀ ਕਮੈਂਡ ਕਰਦੇ ਹਾਂ ਤੇ ਟ੍ਰਾਈਬਲ ਨੂੰ ਵੀ ਕਮੈਂਡ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਹੜਾ ਐਗਜ਼ਿਸਟਿੰਗ ਫਰੇਮਵਰਕ ਹੈਗਾ ਉਸ ਨੂੰ ਲੈ ਕੇ ਰਿਵਿਊ ਕੀਤਾ, ਸਾਰੀ ਐਵੀਡੈਂਸ ਦੇਖੀ ਤੇ ਉਹਨੇ ਸਬਸਟੈਂਸ਼ੀਏਟ ਕੀਤਾ ਕਿ ਇਹ ਜਿਹੜਾ ਕਾਸਟ ਸਲਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਛਾ ਜੈ ਬਿਰਤੀ ਸਾਹਿਬ, ਹਾਲਾਂਕਿ ਮਾਮਲਾ 2018 ਦੀ ਕ੍ਰਿਸਮਸ ਪਾਰਟੀ ਦਾ ਦੱਸਿਆ ਜਾਂਦਾ ਹੈ ਔਰ ਹੁਣ ਅਸੀਂ 2023 ਦੇ ਵਿੱਚ ਹਾਂ, ਅਸੀਂ ਕੁੱਲ ਮਿਲਾ ਕੇ ਮਿਲਾਈਏ 4 ਸਾਲ ਤੋਂ ਵੱਧ ਸਮਾਂ ਹੋ ਗਿਆ। ਤੁਹਾਨੂੰ ਕੀ ਲੱਗਦਾ ਕਿ ਇਸ ਸਮੇਂ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਸ਼ਬਦ ਵਰਤੇ ਗਏ ਉਹਨਾਂ ਦੀ ਜ਼ਾਤ ਦੇ ਆਧਾਰ 'ਤੇ ਔਰ ਇਸ ਤਰੀਕੇ ਨਾਲ ਜੋ ਤੁਸੀਂ ਕਿਹਾ ਸਕੂਲਾਂ ਦੇ ਵਿੱਚ ਵੀ ਵਰਤੇ ਜਾ ਰਹੇ ਆ, ਇਹਦਾ ਕਿੰਨਾ, ਕਿਉਂਕਿ ਜਿਹੜੀਆਂ ਕਮਿਊਨਿਟੀਜ਼ ਖਾਸ ਤੌਰ ਦੇ ਉੱਤੇ ਜਿਹੜਾ ਭਾਈਚਾਰਾ ਭਾਰਤ ਤੋਂ ਆ ਰਿਹਾ ਹੈ, ਜਿਹੜੇ ਇਸ ਤਰੀਕੇ ਦੀ ਉੱਥੇ ਜਿਹੜੀਆਂ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਹੰਡਾਉਂਦੇ ਰਹੇ ਹੈ, ਇੱਥੇ ਆ ਕੇ ਵੀ ਜਦੋਂ ਉਹਨਾਂ ਨੂੰ ਇਸ ਤਰੀਕੇ ਦਾ ਮਾਹੌਲ ਮਿਲਦਾ ਤਾਂ ਕਿਸ ਤਰੀਕੇ ਦਾ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪੈਂਦਾ, ਖਾਸ ਤੌਰ 'ਤੇ ਛੋਟੇ ਬੱਚਿਆਂ ਦੇ ਜਿਹੜੇ ਇੱਥੇ ਪੈਦਾ ਹੋਏ ਆ ਜਿਨ੍ਹਾਂ ਨੂੰ ਇਹਦਾ ਕੌਨਸੈਪਟ ਵੀ ਨਹੀਂ ਪਤਾ। ਇਹ ਜਿਹੜਾ ਨਾ ਕਿ ਵੀ ਕਿਸੇ ਵੀ ਗੱਲ ਦੀ ਡਿਸਕ੍ਰਿਮੀਨੇਸ਼ਨ ਹੋਵੇ, ਕਿਸੇ ਵੀ ਗੱਲ ਦਾ ਜਦੋਂ ਨਾ ਕਿ ਵੀ ਅਪਰੈਸ਼ਨ ਹੋਵੇ, ਉਹਦਾ ਬੱਚੇ ਦੀ ਜਾਂ ਇਨਸਾਨ ਦੀ ਕਿਸੇ ਤੇ ਵੀ ਸਾਈਕੀ ਤੇ ਅਸਰ ਪੈਂਦਾ ਹੈਗਾ, ਜ਼ਰੂਰ ਪੈਂਦਾ ਹੈਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਪਾਂ ਰੇਸਿਜ਼ਮ ਦੀ ਜੇਕਰ ਗੱਲ ਕਰਦੇ ਹੈਗੇ ਹਾਂ ਤੇ ਜਦੋਂ ਰੇਸਿਜ਼ਮ ਦੇ ਨਾਂ ਤੇ ਕਈ ਘਟਨਾਵਾਂ ਆਈਆਂ, ਕਈ ਰਿਸਰਚ ਵੀ ਆਈ ਹੈਗੀ ਆ ਕਿਸ ਤਰ੍ਹਾਂ ਬੰਦੇ ਦੀ ਸਾਈਕੀ ਤੇ ਅਸਰ ਪੈਂਦਾ ਹੁੰਦਾ। ਕਈ ਦਫਾ ਏਦਾਂ ਹੁੰਦਾ ਕਿ ਉਹ ਜਾਂ ਆਈਸੋਲੇਸ਼ਨ ਦੇ ਵਿੱਚ ਚਲੇ ਜਾਂਦੇ ਹੈਗੇ ਆ, ਜਾਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੈਗੇ ਆ, ਜਾਂ ਫਿਰ ਸੁਸਾਇਟੀ ਤੋਂ ਕੱਟ ਆਫ ਕਰ ਲੈਂਦੇ ਹੈਗੇ ਆ। ਤੇ ਦੂਸਰਾ ਜਿਹੜਾ ਨਾ ਕਿ ਵੀ ਹਿੱਸਾ ਕਈ ਸਾਹਮਣੇ ਏਦਾਂ ਵੀ ਆਉਂਦਾ ਹੈਗਾ ਕਿ ਉਹ ਅਗਰੈਸਿਵ ਬਣ ਜਾਂਦੇ ਹੈ, ਰੈਵੋਲੂਸ਼ਨਰੀ ਤੌਰ ਤੇ ਗੱਲਬਾਤ ਕਰਦੇ। ਕਈ ਦਫਾ ਤਾਂ ਫਿਰ ਉਹਨਾਂ ਦਾ ਬਿਹੇਵੀਅਰ ਜਿਹੜਾ ਅਗਰੈਸਿਵ ਇੰਨਾ ਹੋ ਜਾਂਦਾ ਕਿ ਜਿਹੜਾ ਕ੍ਰਿਮੀਨਲ ਲਾਈਨ ਤੱਕ ਵੀ ਚਲੇ ਜਾਂਦਾ। ਤੇ ਇਹੋ ਜਿਹੀਆਂ ਜਦੋਂ ਘਟਨਾਵਾਂ ਹੁੰਦੀਆਂ ਤੇ ਇਹਦਾ ਅਸਰ ਜਿੱਦਾਂ ਨਾ ਕਿ ਵੀ ਹੁੰਦਾ ਨੈਗੇਟਿਵ ਹੈ, ਡਿਪੈਂਡ ਕਰਦਾ ਕਿ ਉਹ ਬੰਦਾ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਦਾ ਜਾਂ ਨਹੀਂ ਕਰਦਾ। ਇਸ ਕਰਕੇ ਜੇਕਰ ਅਸੀਂ ਇੱਕ ਸੇਫ ਐਨਵਾਇਰਨਮੈਂਟ ਕਰਾਉਣੀ ਚਾਹੁੰਦੇ ਹੈਗੇ ਹਾਂ ਕੰਮਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਾਂ ਪਲੇ ਗਰਾਊਂਡਾਂ ਦੇ ਵਿੱਚ, ਤੇ ਸਾਨੂੰ ਇੱਕ ਹਰਾਸਮੈਂਟ ਫ੍ਰੀ ਸਮਾਜ ਬਣਾਉਣ ਦੀ ਲੋੜ ਹੈ। ਕਿਉਂਕਿ ਜੇਕਰ ਇਹੋ ਜਿਹਾ ਸੈਟਿੰਗਸ ਹੋਵੇ ਕੰਮ ਦੀ ਜਿੱਥੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਇੱਦਾਂ ਹੀ ਫੀਲ ਹੁੰਦਾ ਰਹੇ ਕਿ ਮੈਨੂੰ ਅੱਜ ਮੈਂ ਕੰਮ ਤੇ ਜਾਣਾ ਹੈਗਾ, ਮੈਨੂੰ ਫੇਰ ਪਤਾ ਨਹੀਂ ਉਹਨੂੰ ਗਾਲਾਂ ਕੱਢਣੀਆਂ ਜਾਂ ਫਲਾਨਾ ਕਰਨਾ, ਉਹ ਕਿਹੋ ਜਿਹਾ ਦਿਮਾਗ ਦੇ ਵਿੱਚ ਲੈ ਕੇ ਕਿ ਕਿੰਨੀ ਕੁ ਉਹਦੀ ਪ੍ਰੋਡਕਟਿਵਿਟੀ ਹੋ ਸਕਦੀ ਹੈ, ਕਿੰਨਾ ਕੁ ਉਹਦਾ ਦਿਮਾਗ ਕੰਮ ਦੇ ਵਿੱਚ ਹੋਏਗਾ। ਐਟ ਦੀ ਐਂਡ ਆਫ ਦ ਡੇ ਜੇਕਰ ਐਨਵਾਇਰਨਮੈਂਟ ਜਿਹੜੀ ਸੇਫ ਨਹੀਂ ਹੈਗੀ ਉਹਦੇ ਵਿੱਚ ਵੀ ਆਲ ਲੂਜ਼। ਇਸ ਕਰਕੇ ਇਹ ਜਾਣਨਾ ਕਿ ਵੀ ਜ਼ਰੂਰੀ ਹੈਗਾ ਕਿ ਜੇਕਰ ਅਸੀਂ ਇੱਕ ਪ੍ਰੋਡਕਟਿਵ ਤੇ ਇੱਕ ਵਧੀਆ ਸਮਾਜ ਸਿਰਜਣਾ ਹੈਗਾ
ਤੇ ਉੱਥੇ ਸਾਨੂੰ ਹਰੈਸਮੈਂਟ ਫ੍ਰੀ এনवायरमेंट ਕ੍ਰੀਏਟ ਕਰਨੀ ਚਾਹੀਦੀ ਹੈ। ਬਾਈ ਦੈਟ ਆਈ ਮੀਨ ਚਾਹੇ ਉਹ ਕਾਸਟ ਸਿਸਟਮ ਦੀ ਗੱਲ ਹੈਗੀ, ਚਾਹੇ ਰੇਸਿਜ਼ਮ ਦੀ ਗੱਲ ਹੈ, ਜੈਂਡਰ ਇਸ਼ੂ ਕਾਫੀ ਹੈ ਨਾ, ਤੇ ਕਈ ਦਫਾ ਤੇ ਤਾਂ ਈਵਨ ਰੀਜਨਲ ਇਸ਼ੂ ਤੇ ਵੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਪਰ ਜ਼ਿਆਦਾ ਤੌਰ ਤੇ ਜਦੋਂ ਜਾਣਾ ਕਿ ਵੀ ਜ਼ਿਆਦਾ ਅਸਰ ਹੁੰਦਾ ਹੈਗਾ ਉਹ ਰੇਸ ਦੇ ਨਾਂ ਤੇ, ਜਿਸ ਤਰ੍ਹਾਂ ਐਨ ਵਰਡ ਦੀ ਗੱਲ ਕੀਤੀ ਹੈਗੀ ਹੈ, ਜਾਂ ਕਾਸਟ ਦੇ ਨਾਂ ਤੇ ਕੀਤਾ ਹੈਗਾ ਆ, ਜਾਂ ਕਿਸੇ ਨੂੰ ਜਿੱਦਾਂ ਪਰਸਨਲੀ ਹਿਊਮੀਲੇਟ ਕਰਨਾ, ਇਹਨਾਂ ਦਾ ਜ਼ਿਆਦਾ ਪ੍ਰਭਾਵ ਪੈਂਦਾ। ਤੇ ਆਪਣੇ ਮਿਸਟਰ ਪੰਗੂ ਉਹਨਾਂ ਦੀ ਵੀ ਰਿਪੋਰਟ ਦੇ ਵਿੱਚ ਉਹਨੇ ਵੀ ਦੱਸਿਆ ਕਿ ਜਦੋਂ ਪਾਰਟੀ ਤੇ ਉਹਨਾਂ ਦੇ ਨਾਲ ਗੱਲ ਏਦਾਂ ਹੋਈ ਤੇ ਉਹਨਾਂ ਨੂੰ ਕਿਹੋ ਜਿਹੀ ਫੀਲਿੰਗ ਹੋਈ, ਬੜਾ ਹੀ ਫੈਲਟ ਵੈਰੀ ਹਿਊਮੀਲੀਏਟਡ, ਕਿਉਂਕਿ ਉਹ ਕਾਫੀ ਬੰਦਾ ਜਿੱਦਾਂ ਨਾ ਕਿ ਵੀ ਕਮਿਊਨਿਟੀ ਦੇ ਵਿੱਚ ਇਨਵੋਲਵਡ ਹੈਗਾ, ਕਾਫੀ ਲੋਕਾਂ ਦੀ ਹੈਲਪ ਵੀ ਕਰਦਾ। ਜਦੋਂ ਇੱਦਾਂ ਦੇ ਬੰਦੇ ਦੇ ਨਾਲ ਵੀ ਗੱਲਬਾਤ ਹੁੰਦੀ ਹੈਗੀ ਆ ਤੇ ਤੁਸੀਂ ਸਮਝ ਸਕਦੇ ਆ ਕਿ ਉਹਦੀ ਸਾਈਕੀ ਤੇ ਕਿਹੋ ਜਿਹਾ ਹੋਇਆ ਹੋਏਗਾ। ਬਿਰਤੀ ਸਾਹਿਬ, ਮੈਂ ਤੁਹਾਡੇ ਕੋਲ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ ਕਿ ਡੈਫੀਨੇਟਲੀ ਜਦੋਂ ਵੀ ਜ਼ਿਕਰ ਕਰ ਰਿਹਾ ਬਾਰ-ਬਾਰ ਇੰਡੀਆ ਦੀ ਗੱਲ ਕਰ ਰਿਹਾ ਕਿ ਉੱਥੇ ਇਸ ਤਰੀਕੇ ਨਾਲ ਓਪਰੇਸ਼ਨ ਹੈ, ਇਸ ਤਰੀਕੇ ਦੇ ਨਾਲ ਕਾਸਟ ਬੇਸ ਸਿਸਟਮ ਜਿਹੜਾ ਉਹ ਬਹੁਤ ਰਿਹਾ ਔਰ ਅਜੇ ਵੀ ਹੈ, ਲੇਕਿਨ ਉੱਥੇ ਕਾਨੂੰਨ ਬਣਾਇਆ ਗਿਆ, ਇੱਕ SC ST ਐਕਟ ਵੀ ਬਣਾਇਆ ਗਿਆ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਕਿ ਕੋਈ ਵਿਅਕਤੀ ਕੋਈ ਗੱਲ ਕਰਨ ਤੋਂ ਪਹਿਲਾਂ ਵੀ 100 ਵਾਰੀ ਸੋਚੇ ਕਿ ਮੈਂ ਜੇ ਕਰਾਂਗਾ ਤਾਂ ਇਹਦੇ ਪਿੱਛੇ ਕਾਨੂੰਨ ਜਿਹੜਾ ਉਹ ਮੈਨੂੰ ਇਹਦਾ ਕੌਨਸੀਕੁਐਂਸ ਜਿਹੜਾ ਉਹ ਝੱਲਣਾ ਪਏਗਾ। ਡੂ ਯੂ ਥਿੰਕ ਕਿ ਜੇ ਇੱਥੇ ਵੀ ਇਸ ਤਰੀਕੇ ਦੇ ਕੇਸ ਆ ਰਹੇ ਆ ਤਾਂ ਇੱਥੇ ਵੀ ਕੁਛ ਨਾ ਕੁਛ ਜਿਹੜੀ ਇਸ ਤਰੀਕੇ ਦੀ ਕੋਈ ਰਿਫੋਰਮਸ ਜਿਹੜੇ ਕਾਨੂੰਨ ਦੇ ਵਿੱਚ ਆਉਣੇ ਚਾਹੀਦੇ ਆ? ਹਾਂ, ਜ਼ਰੂਰ ਆਉਣੇ ਚਾਹੀਦੇ ਹੈਗੇ। ਮੈਂ ਕਹਾਂਗਾ ਕਿ ਜੇਕਰ ਆਪਣੇ ਭਾਰਤ ਦੇ ਵਿੱਚ SC ST ਐਕਟ ਨਾ ਹੁੰਦਾ ਤੇ ਸਮੱਸਿਆਵਾਂ ਤਾਂ ਹੁੰਦੀਆਂ, ਮੈਂ ਨਹੀਂ ਕਹਿੰਦਾ, ਪਰ ਉਹ ਜ਼ਿਆਦਾ ਸਮੱਸਿਆਵਾਂ ਹੋਣੀਆਂ ਸੀਗੀਆਂ। ਹੁਣ ਜੇਕਰ SC ST ਕਮਿਸ਼ਨ ਹੈਗਾ, ਉਹਨਾਂ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪ੍ਰੋਐਕਟਿਵ ਤਰੀਕੇ ਦੇ ਨਾਲ ਰਿਸਰਚ ਵੀ ਕਰਨ ਕਿ ਕੀ ਹੋ ਰਿਹਾ, ਕਿਹੋ ਜਿਹੀ ਪਾਲਿਸੀਜ਼ ਲਿਆਉਣ ਦੀ ਲੋੜ ਹੈਗੀ ਆ। ਜੇਕਰ ਗੱਲਬਾਤ ਹੁੰਦੀ ਹੈ, ਮੈਂ ਕਹਿਣ ਦਾ ਮਤਲਬ ਵੀ ਸਿਰਫ ਰਿਐਕਟਿਵ ਮੈਜਰਸ ਨਹੀਂ ਹੈਗੇ, ਉਹ ਇੱਕ ਪ੍ਰੋਐਕਟਿਵ ਮੈਜਰਸ ਦੀ ਦੇ ਵੱਲ ਵੀ ਕੰਮ ਕਰਦੇ ਆ। ਉਹ ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹੇ ਮੈਜਰ ਨਹੀਂ ਹੈਗੇ। ਸੈਟਲ ਗੌਰਮੈਂਟ ਨੇ, ਸਿਟੀ ਨੇ ਇਸੇ ਕਰਕੇ ਉਹਨੇ ਕਿਹਾ ਕਿ ਸਾਨੂੰ ਜਿੱਦਾਂ ਕਿ ਇੱਕ ਪ੍ਰੋਐਕਟਿਵ ਕੰਮ ਕਰਨ ਦੀ ਵੀ ਲੋੜ ਹੈ, ਤਾਂ ਕਿ ਅਸੀਂ ਦੇਖ ਸਕੀਏ ਕਿ ਕਿਹੋ ਜਿਹੀ ਸਮੱਸਿਆ ਹੈਗੀ ਆ, ਕਿਹੋ ਜਿਹੀ ਪਾਲਿਸੀਜ਼ ਲੈ ਕੇ ਆਉਣੀਆਂ ਚਾਹੀਦੀਆਂ, ਕਿਹੋ ਜਿਹਾ ਕਿ ਸਾਨੂੰ ਐਜੂਕੇਸ਼ਨਲ ਅਵੇਅਰਨੈਸ ਕੈਂਪੇਨ ਕਰਨ ਦੀ ਲੋੜ ਹੈ। ਸੌਰੀ, ਥੋੜ੍ਹੀ ਖਾਂਸੀ ਆ। ਤੇ ਇਸ ਕਰਕੇ ਜਿੰਨੀ ਦੇਰ ਤੱਕ ਸਾਡੇ ਕੋਲ ਇੱਕ ਲੀਗਲ ਬੈਕਿੰਗ ਨਹੀਂ ਹੁੰਦੀ ਕਿਸੇ ਵੀ ਸਮਾਜ ਦੇ ਵਿੱਚ, ਤੇ ਕਿਉਂਕਿ ਜਿਸ ਡੈਮੋਕਰੇਸੀ ਦੇ ਵਿੱਚ ਆਪਾਂ ਰਹਿ ਰਹੇ ਹੈਗੇ ਆ, ਤੇ ਜੇਕਰ ਉਹੋ ਜਿਹੀ ਇੰਸਟੀਟਿਊਸ਼ਨ ਨਹੀਂ ਬਣਦੀ ਤੇ ਉਹਨਾਂ ਦੇ ਕੋਲ ਰਿਸੋਰਸਿਸ ਵੀ ਨਹੀਂ ਪ੍ਰੋਵਾਈਡ ਕਰਦੇ। ਇਹ ਜਿਹੜਾ ਜਾਣਾ ਕਿ ਵੀ ਲੈਜਿਸਲੇਸ਼ਨ ਲੈ ਕੇ ਆਉਣੀ ਹਰ ਜਗ੍ਹਾ ਦੇ ਵਿੱਚ ਮੇਰੇ ਖਿਆਲ ਜ਼ਰੂਰੀ ਹੈਗੀ ਆ ਕਿ ਇਸ ਤੋਂ ਬਗੈਰ ਮੇਰੇ ਖਿਆਲ ਦੇ ਵਿੱਚ ਪਾਲਿਸੀ ਮੇਕਰ ਦਾ ਧਿਆਨ ਨਹੀਂ ਜਾਣਾ ਇਹੋ ਜਿਹੀਆਂ ਸਮੱਸਿਆਵਾਂ ਤੇ ਜਿਸ ਤਰ੍ਹਾਂ ਆਪਣੇ ਡੈਮੋਗ੍ਰਾਫਿਕ ਸ਼ਿਫਟ ਹੁੰਦੇ ਆ, ਅਸੀਂ 25-30 ਸਾਲ ਤੋਂ ਇਹ ਹਾਈਪੋਥੇਸਾਈਜ਼ ਕਰ ਰਹੇ ਹੈਗੇ ਕਿ ਅਨਲੈਸ ਵੀ ਡੂ ਸਮਥਿੰਗ ਅਬਾਊਟ ਇਟ, ਇਹ ਇੱਕ ਜਿੱਦਾਂ ਨਾ ਕਿ ਵੀ ਇੱਕ ਵੋਲਕੈਨੋ ਦੇ ਤੌਰ ਤੇ ਇਹ ਸੋਸ਼ਲ ਇਸ਼ੂ ਸਾਹਮਣੇ ਆਏਗਾ, ਤੇ ਜਿਸ ਦੇ ਸਿੰਪਟਮਸ ਆਪਾਂ ਹੁਣ ਦੇਖਣ ਵੀ ਲੱਗ ਪਏ ਆ। ਪਰ ਬਿਰਤੀ ਸਾਹਿਬ, ਜਿਸ ਤਰੀਕੇ ਦਾ ਇਹ ਕੇਸ ਆ ਗਿਆ, ਇਹਦੇ ਚ ਟ੍ਰਿਬਿਊਨਲ ਦੇ ਵੱਲੋਂ ਵਰਡਿਕਟ ਜਿਹੜਾ ਉਹ ਦੇ ਦਿੱਤਾ ਗਿਆ, ਤੁਸੀਂ ਹੋਰ ਕੁਝ ਕੇਸਿਸ ਦੀ ਵੀ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਰੈਫਰੈਂਸ ਤੇ ਬਣਾ ਕੇ ਉਹਨਾਂ ਦੇ ਆਧਾਰ ਦੇ ਉੱਤੇ ਤੁਹਾਡੀ ਜਿਹੜੀ ਐਸੋਸੀਏਸ਼ਨ ਹੈ ਕਿ ਉਹ BC ਸਰਕਾਰ ਨੂੰ ਜਾਂ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਨੂੰ ਨਹੀਂ ਮਿਲ ਸਕਦੀ? ਹਾਂਜੀ, ਉਹਨਾਂ ਦੇ ਨਾਲ ਗੱਲ ਚੱਲ ਰਹੀ ਹੈ। ਜਨਵਰੀ ਦੇ ਵਿੱਚ ਅਸੀਂ ਜਿਹੜਾ BC ਹਿਊਮਨ ਰਾਈਟਸ ਟ੍ਰਾਈਬਿਊਨਲ ਹੈਗਾ ਉਹਨਾਂ ਨੂੰ ਇੱਕ ਬਰੀਫਿੰਗ ਦਿੱਤੀ ਸੀ, ਪ੍ਰੈਜੈਂਟੇਸ਼ਨ ਕੀਤਾ ਸੀਗਾ, ਤੇ ਸਾਡੀ ਜਿਹੜੀ ਮੰਗ ਹੈਗੀ ਆ, ਜੋ ਉਹਨਾਂ ਦਾ ਇਨੀਸ਼ੀਅਲ ਰਿਸਪਾਂਸ ਸੀ, ਉਹ ਕਹਿੰਦੇ ਕਿ ਇਹੋ ਜਿਹੇ ਕਾਸਟ ਇਹਦੇ ਵਿੱਚ ਇਨਕਲੂਡ ਕਰਨ ਦੀ ਹਜੇ ਲੋੜ ਨਹੀਂ। ਪਰ ਜਿਸ ਤਰ੍ਹਾਂ ਉਹਨਾਂ ਨੇ ਹੁਣ ਡਿਵੈਲਪਮੈਂਟ ਦੇਖੀਆਂ ਹੈਗੀਆਂ, ਅਸੀਂ ਉਹਨਾਂ ਦੇ ਟੱਚ ਵਿੱਚ ਰੈਗੂਲਰਲੀ ਰਹਿੰਦੇ ਹਾਂ, ਤੇ ਆਹ ਜਿਹੜਾ ਡਿਸੀਜਨ ਆਇਆ ਉਹ ਵੀ ਉਹਨਾਂ ਦੇ ਨਾਲ ਹੀ ਸ਼ੇਅਰ ਕੀਤਾ। ਨੈਚੁਰਲੀ ਉਹਨਾਂ ਨੂੰ ਆਪਣੇ ਬਾਅਦ ਵੀ ਮਿਲ ਜਾਣਾ ਸੀਗਾ, ਤੇ ਹੁਣ ਥੋੜਾ ਕਿ ਇਸ ਸਬਜੈਕਟ ਵੱਲੋਂ ਸਟੱਡੀ ਕਰ ਰਹੇ ਆ, ਉਹ ਧਿਆਨ ਰਹੇ ਹੈਗੇ। ਹਰ ਚੀਜ਼ ਨੂੰ ਜਿੱਦਾਂ ਨਾ ਕਿ ਵੀ ਟਾਈਮ ਲੱਗਦਾ, ਖਾਸ ਕਰਕੇ ਜਿਸ ਲੈਜਿਸਲੇਸ਼ਨ ਲੈ ਕੇ ਆਉਣੀ ਉਹਨੂੰ ਟਾਈਮ ਲੱਗਦਾ, ਅਨਲੈਸ ਤੁਹਾਡੇ ਕੋਲ ਸ਼ਮਾ ਸਾਵੰਤ ਵਰਗੇ ਵਿਜ਼ਨਰੀ ਲੀਡਰਸ ਹੈਗੇ ਆ ਜਿਹੜੇ ਆਪਣੇ ਆਪ ਡਿਸੀਜਨ ਲੈ ਲੈਣ। ਜੇਕਰ ਇਨ ਐਬਸੈਂਸ ਆਫ ਦੈਟ ਕਿਸੇ ਨੂੰ ਇਨਫਲੂਐਂਸ ਕਰਨ ਦੇ ਲਈ ਟਾਈਮ ਲੱਗਦਾ। ਮੈਨੂੰ ਜਿੱਦਾਂ ਨਾ ਕਿ ਵੀ ਉਮੀਦ ਹੈਗੀ ਆ ਕਿ ਆਪਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਹੋ ਜਿਹੇ ਆਰਡੀਨੈਂਸ ਦੇਖਾਂਗੇ ਪ੍ਰੋਵਿੰਸ਼ੀਅਲ ਲੈਵਲ ਤੇ, ਜਿਹੋ ਜਿਹੇ ਸਿਆਟਲ ਦੇ ਵਿੱਚ। ਬਟ ਤੁਸੀਂ ਸਮਝਦੇ ਹੋ ਕਿ ਜਦ ਤੱਕ ਭਾਈਚਾਰੇ ਦੇ ਵਿੱਚੋਂ ਕੋਈ ਲੀਡਰ ਨਹੀਂ ਬਣਦਾ, ਕੋਈ ਲੀਡਰ ਅੱਗੇ ਨਹੀਂ ਆਉਂਦਾ, ਕੋਈ MLA ਨਹੀਂ ਬਣਦਾ, MP ਨਹੀਂ ਬਣਦਾ, ਵੱਡੀ ਗਿਣਤੀ ਦੇ ਵਿੱਚ ਨਹੀਂ ਬਣਦੇ, ਉਨੀ ਦੇਰ ਤੱਕ ਸ਼ਾਇਦ ਸਰਕਾਰਾਂ ਨੂੰ ਵੀ ਇਹ ਚੀਜ਼ ਉਹਨਾਂ ਦੀ ਜਿਹੜੀ ਪੇਨ ਆ ਉਹ ਸ਼ਾਇਦ ਨਹੀਂ ਸਮਝ ਆਉਣੀ। ਅੱਜ ਦੀ ਡੇਟ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਸਿਆਹ ਰੰਗ ਦਾ ਭਾਈਚਾਰਾ ਜਿਹੜਾ ਉਹਨੂੰ ਅਸੀਂ ਰੈਪਰੈਜ਼ੈਂਟੇਸ਼ਨ ਦੇ ਰਹੇ ਹਾਂ, ਬਟ ਡੋਂਟ ਯੂ ਥਿੰਕ ਕਿ ਜੇ ਕਾਸਟ ਬੇਸਡ ਇੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਤਾਂ ਕਾਸਟ ਬੇਸਡ ਜਿਹੜੀ ਸਾਡੀਆਂ ਕੈਬਨਿਟਸ ਹੈ ਉਹ ਵੀ ਇਸ ਆਧਾਰ ਦੇ ਉੱਤੇ ਫਿਰ ਬਣਨੀਆਂ ਚਾਹੀਦੀਆਂ?
ਨਹੀਂ, ਮੈਂ ਇਹ ਨਹੀਂ ਕਹਿੰਦਾ ਹੈਗਾ, ਕਿਉਂਕਿ ਗੱਲ ਹੈਗੀ ਕਿ ਜਿਹੜੇ ਆਪਾਂ ਲੀਡਰਸ ਇਲੈਕਟ ਕਰ ਰਹੇ ਹੈਗੇ ਆ, ਉਹਨਾਂ ਦੀ ਅਵੇਅਰਨੈਸ ਹੋਣੀ ਚਾਹੀਦੀ ਕਿ ਸਾਨੂੰ ਕਿਹੋ ਜਿਹਾ ਸਮਾਜ ਲੈ ਕੇ ਆਉਣ ਦੀ ਲੋੜ ਹੈ। ਹੁਣ ਸ਼ਮਾ ਦੇਖੋ, ਜੋ ਜਿਹੜੀ ਆਪਣੇ ਸੈਟਲ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਪ੍ਰਿਵਿਲੇਜ ਸੋਸਾਇਟੀ ਦੇ ਵਿੱਚੋਂ ਆਈ ਹੈ, ਠੀਕ ਹੈ ਨਾ। ਤੇ ਉਹਨੇ ਇਸ ਗੱਲ ਨੂੰ ਸਮਝਿਆ ਕਿ ਜਦੋਂ ਉਹ ਚਾਈਲਡ ਸੀਗੀ ਤੇ ਉਹਦੇ ਫੈਮਿਲੀ ਕਿਸ ਤਰ੍ਹਾਂ ਆਪਣੇ ਨੌਕਰਾਂ ਦੇ ਨਾਲ ਗੱਲਬਾਤ ਕਰਦੇ ਸੀਗੇ, ਕਹਿੰਦਾ ਮਤਲਬ ਉਸ ਜਦੋਂ ਬੱਚੀ ਸੀਗੀ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਸੈੱਟ ਕਰ ਗਈ ਕਿ ਇਹ ਗੱਲ ਗਲਤ ਹੋ ਰਹੀ ਹੈ। ਹੁਣ ਜਦੋਂ ਇਸ ਪੋਜੀਸ਼ਨ ਆਫ ਪਾਵਰ ਦੇ ਵਿੱਚ ਆਈ ਹੈ, ਉਹਨੇ ਆਪਣੇ ਇਨਫਲੂਐਂਸ ਨੂੰ ਯੂਟੀਲਾਈਜ਼ ਕਰਕੇ ਤੇ ਆਪਣੇ ਸਾਥੀਆਂ ਨੂੰ ਕਨਵਿੰਸ ਕਰਵਾ ਕੇ ਇਹੋ ਜਿਹਾ ਨਾ ਕਿ ਵੀ ਲੈਜਿਸਲੇਸ਼ਨ ਪਾਸ ਕਰਵਾ ਦਿੱਤੀ ਹੈ। ਮੈਂ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਨਾ ਕਿ ਵੀ ਸਿਰਫ ਕਾਸਟ ਬੇਸਿਸ ਹੀ ਲੀਡਰ ਹੋਣਾ ਚਾਹੀਦਾ। ਮੈਂ ਇਹ ਕਹਿੰਦਾ ਹੈਗਾ ਕਿ ਜਾਣਾ ਕਿ ਰਲ ਕੇ ਕਰਨਾ ਚਾਹੀਦਾ ਆਪਾਂ ਸਾਰਿਆਂ ਨੂੰ ਕੰਮ, ਤੇ ਆਪਾਂ ਨੇ ਵਿੱਚ ਇਹ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਸਮਾਜ ਜਿਹੜਾ ਹੈਗਾ ਅਸੀਂ ਕਿਹੋ ਜਿਹਾ ਕ੍ਰੀਏਟ ਕਰਨਾ ਚਾਹੁੰਦੇ ਹਾਂ। ਥੈਂਕ ਯੂ ਸੋ ਮਚ ਬਿਰਦੀ ਸਾਹਿਬ, ਬਹੁਤ ਅਸੀਂ ਅਪਰੀਸ਼ੀਏਟ ਕਰਦੇ ਹਾਂ ਤੁਹਾਡਾ ਟਾਈਮ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਇਸ਼ੂ ਜਿਹੜਾ ਇੱਥੇ ਬਣਦਾ ਹੈ ਜਾਂ ਬਣ ਰਿਹਾ, ਅਸੀਂ ਉਸ ਤੋਂ ਪਹਿਲਾਂ ਹੀ ਉਹਦੇ ਬਾਰੇ ਗੱਲ ਕਰਾਂਗੇ, ਜਿੱਦਾਂ ਪ੍ਰੋਟੈਕਟਿਵ ਮੈਜਰਸ ਬਾਰੇ ਤੁਸੀਂ ਗੱਲ ਕਹੀ। ਸੋ ਮੇਰੇ ਖਿਆਲ ਨਾਲ ਇਟ ਇਜ਼ ਵੈਰੀ ਇੰਪੋਰਟੈਂਟ ਟੂ ਟਾਕ ਅਬਾਊਟ ਇਟ, ਬਟ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਕੰਮ ਕਰ ਰਹੇ ਹੋ। ਬਹੁਤ ਧੰਨਵਾਦ ਜੀ।